ਪੰਜਾਬ ਦਾ ਇਹ ਪਹਿਲਾ ਪੇਨ ਕਲੀਨਿਕ ਸੀਗਾ ਜਿਹਦੇ ਵਿੱਚ ਹਰ ਪ੍ਰਕਾਰ ਦੀ ਦਰਦ ਦਾ ਇਲਾਜ ਕੀਤਾ ਜਾਂਦਾ ਸੀ। ਇਹ ਪੰਜਾਬ ਵਿੱਚ ਹੋਣ ਵਾਲੀ ਹੁਣ ਤੱਕ ਦੀ ਪਹਿਲੀ ਇੰਟਰਨੈਸ਼ਨਲ ਸਟੱਡੀ ਹੈਗੀ ਹੈ ਜਿਹੜੀ ਕਿ ਸਾਡੀ ਅਮਨਦੀਪ ਹਸਪੀਟਲਸ ਵੱਲੋਂ ਪਬਲਿਸ਼ ਹੋਈ ਹੈ। ਆਪਰੇਸ਼ਨ ਨਹੀਂ ਕੀਤਾ ਜਾਂਦਾ, ਨਾ ਹੀ ਕੋਈ ਚੀਰਾ ਜਾਂ ਕੱਟ ਦਿੱਤਾ ਜਾਂਦਾ ਹੈ। ਸੋ ਸਾਡੇ ਕੋਲ ਕਈ ਮਸ਼ੀਨਸ ਨੇ, ਕਈ ਟੈਕਨੀਕਸ ਹੁੰਦੀਆਂ ਹਨ ਜਿਹਨਾਂ ਦੇ ਨਾਲ ਕਿ ਇਲਾਜ ਕੀਤਾ ਜਾਂਦਾ ਹੈ ਤੇ ਨਾ ਕਿਸੇ ਨੂੰ ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਪੈਂਦੀ ਹੈ। ਜੋ ਟੈਕਨੋਲੋਜੀ ਅਸੀਂ ਯੂਜ਼ ਕਰ ਰਹੇ ਹਾਂ ਸਾਇੰਟੀਫਿਕਲੀ ਪ੍ਰੂਵਨ ਹੈ। ਇਸੇ ਕਰਕੇ ਹੀ ਇਹਦੇ ਜਿਹੜੇ ਰਿਜ਼ਲਟਸ ਹਨ ਉਹ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲਸ ਪਬਲਿਸ਼ ਕਰ ਸਕੇ ਹਾਂ। ਗੋਡਿਆਂ ਦੀ ਦਰਦ ਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਵੀ ਠੀਕ ਹੋ ਸਕਦਾ ਹੈ। ਇਹ ਗੱਲ ਪਹਿਲਾਂ ਕੁਝ ਅਜੀਬ ਜੀ ਲੱਗਦੀ ਸੀ, ਲੇਕਿਨ ਇਸ ਕਥਨ ਨੂੰ, ਇਸ ਕੰਮ ਨੂੰ ਕਰਕੇ ਦਿਖਾਇਆ ਹੈ ਅੰਮ੍ਰਿਤਸਰ ਦੇ ਉਹਨਾਂ ਡਾਕਟਰਸ ਨੇ ਜਿਨ੍ਹਾਂ ਨੇ ਕਿ ਇੱਕ 500 ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੇ ਉਪਚਾਰ ਕੀਤੇ ਨੇ, ਜਿਹਦੇ ਨਾਲ ਕਿ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਤੇ ਅੱਜ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਸਭ ਤੋਂ ਇੰਪੋਰਟੈਂਟ ਚੀਜ਼ ਕਿ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਤਾਂ ਉਸ ਨੂੰ ਕਿਵੇਂ ਠੀਕ ਹੋ ਸਕਦਾ ਹੈ। ਸਾਡੇ ਨਾਲ ਡਾਕਟਰ ਪਰਮਪ੍ਰੀਤ ਜੀ ਮੌਜੂਦ ਨੇ। ਡਾਕਟਰ ਸਾਹਿਬ, ਕੀ ਹੈ ਜੀ ਸਾਰਾ, ਕਿਵੇਂ ਇਹ ਸਾਰਾ ਮੈਨੇਜਮੈਂਟ ਚੱਲਦੀ ਹੈ? ਪੇਨ ਮੈਨੇਜਮੈਂਟ ਤੁਸੀਂ ਸ਼ੁਰੂ ਕੀਤਾ ਸੀ, ਉਸ ਵੇਲੇ ਕਾਫੀ ਅਜੀਬ ਜਿਹਾ ਲੱਗਦਾ ਸੀ, ਲੇਕਿਨ ਕੀ ਇਹਦੇ ਵਿੱਚ ਜਿਹੜੀ ਹੈ ਲੇਟੈਸਟ ਅਪਡੇਟ ਆਈਆਂ ਨੇ? ਸੋ ਇਹ ਜਿਹੜਾ ਪੇਨ ਕਲੀਨਿਕਸ ਦੀ ਅਸੀਂ ਸਥਾਪਨਾ ਕੀਤੀ ਸੀ ਅੱਜ ਤੋਂ ਤਕਰੀਬਨ 1.5 ਸਾਲ ਪਹਿਲੇ, ਅਮਨਦੀਪ ਹਸਪੀਟਲਸ ਨੇ ਤੇ ਐਲੀਵੇਟ ਪੇਨ ਕਲੀਨਿਕਸ ਬੈਂਗਲੌਰ ਨੇ ਮਿਲ ਕੇ। ਸੋ ਪੰਜਾਬ ਦਾ ਇਹ ਪਹਿਲਾ ਪੇਨ ਕਲੀਨਿਕ ਸੀਗਾ ਜਿਹਦੇ ਵਿੱਚ ਹਰ ਪ੍ਰਕਾਰ ਦੀ ਦਰਦ ਦਾ ਇਲਾਜ ਕੀਤਾ ਜਾਂਦਾ ਸੀ। ਤੇ ਇਸ 1.5 ਸਾਲ ਦੇ ਦੌਰਾਨ ਅਸੀਂ ਹੁਣ ਤੱਕ 500 ਤੋਂ ਵੱਧ ਜਿਹੜੇ ਸਕਸੈਸਫੁਲ ਪ੍ਰੋਸੀਜਰ ਕਰ ਚੁੱਕੇ ਹਾਂ। ਅਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਾਂਗਾ ਕਿ 500 ਪ੍ਰੋਸੀਜਰ ਕਰਨ ਦੇ ਨਾਲ ਹੀ ਇੱਕ ਅਸੀਂ ਇਹਨਾਂ ਦਾ ਜਿਹੜਾ ਸ਼ੋਧ ਹੁੰਦਾ, ਇੱਕ ਸਟੱਡੀ ਹੁੰਦੀ ਹੈ, ਉਹ ਵੀ ਇੰਟਰਨੈਸ਼ਨਲ ਜਰਨਲਸ ਦੇ ਵਿੱਚ ਪਬਲਿਸ਼ ਕਰ ਚੁੱਕੇ ਹਾਂ। ਅਤੇ ਇਹ ਪੰਜਾਬ ਵਿੱਚ ਹੋਣ ਵਾਲੀ ਹੁਣ ਤੱਕ ਦੀ ਪਹਿਲੀ ਇੰਟਰਨੈਸ਼ਨਲ ਸਟੱਡੀ ਹੈਗੀ ਹੈ ਜਿਹੜੀ ਕਿ ਸਾਡੀ ਅਮਨਦੀਪ ਹਸਪੀਟਲਸ ਵੱਲੋਂ ਪਬਲਿਸ਼ ਹੋਈ ਹੈ। ਤਾਂ ਤੁਹਾਡੀ ਜਿਹੜੇ ਤੁਸੀਂ ਸ਼ੋਧ ਕੀਤੀ ਹੈ, ਜਿਹੜੀ ਚੀਜ਼ ਤੁਸੀਂ ਤਿਆਰ ਕੀਤੀ ਹੈ, ਹੁਣ ਉਹਦੇ 'ਤੇ ਕਿਆ ਵਿਦੇਸ਼ਾਂ 'ਚ ਵੀ ਕੰਮ ਹੋਏਗਾ? ਜੀ ਬਿਲਕੁਲ, ਇਹ ਟੈਕਨੋਲੋਜੀ ਜਿਹੜੀ ਹੈਗੀ ਹੈ ਇਹ ਵਿਦੇਸ਼ਾਂ 'ਚ ਬਹੁਤ ਸਾਲ ਪਹਿਲਾਂ ਦੀ ਹੋਣ ਦੇ ਵਿੱਚ ਲਿਆਂਦੀ ਗਈ ਹੈ, ਪਰ ਇੰਡੀਆ ਦੇ ਵਿੱਚ ਇਹ ਬਹੁਤ ਦੇਰ ਬਾਅਦ ਜਿਹੜੀ ਹੈਗੀ ਹੈ ਯੂਜ਼ ਵਿੱਚ ਆਈ ਹੈ। ਅਤੇ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਸਿਰਫ ਅਮਨਦੀਪ ਗਰੁੱਪ ਹੀ ਹੈਗਾ ਜਿੱਥੇ ਕਿ ਅਸੀਂ ਪੇਨ ਕਲੀਨਿਕਸ ਫੁੱਲ ਡੈਡੀਕੇਸ਼ਨ ਦੇ ਨਾਲ ਅਤੇ ਸਾਰੀਆਂ ਫੈਸਿਲਿਟੀਜ਼ ਦੇ ਨਾਲ ਜਿਹੜਾ ਹੈਗਾ ਚਲਾ ਰਹੇ ਹਾਂ। ਤੇ ਡਾਕਟਰ ਸਾਹਿਬ, ਇਹਨੂੰ ਕਿਵੇਂ ਕੀਤਾ ਜਾਂਦਾ? ਅਕਸਰ ਅਸੀਂ ਜਾਣਦੇ ਹਾਂ ਤਾਂ ਡਾਕਟਰਸ ਕਹਿੰਦੇ ਜੀ ਇਹਦਾ ਇਲਾਜ ਨਹੀਂ ਹੈ, ਪਰ ਤੁਸੀਂ ਕਿਵੇਂ ਇਸ ਤਰ੍ਹਾਂ ਇਲਾਜ ਕੀਤਾ, ਕਿਵੇਂ ਜਿਹੜੀ ਟੈਕਨੀਕਸ ਲਿਆਂਦੀਆਂ ਤਾਂ ਕਿ ਲੋਕ ਵੀ ਜਾਣ ਸਕਣ ਜਿਹੜੇ ਕਿ ਇਹਨਾਂ ਦੇ ਦਰਦਾਂ ਤੋਂ ਇਸ ਵੇਲੇ ਬਿਲਕੁਲ ਫਸੇ ਹੋਏ ਨੇ, ਤੁਹਾਡੇ ਕੋਲ ਆ ਸਕਣ? ਹਾਂਜੀ ਬਿਲਕੁਲ। ਸੋ ਇੱਕ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਕਿ ਪੇਨ ਕਲੀਨਿਕ ਦੇ ਵਿੱਚ ਜਿਹੜਾ ਵੀ ਇਲਾਜ ਜਾਂ ਉਪਚਾਰ ਕੀਤਾ ਜਾਂਦਾ ਹੈ ਇਹ ਨੋਨ ਸਰਜੀਕਲ ਤਰੀਕੇ ਨਾਲ ਕੀਤਾ ਜਾਂਦਾ ਹੈ। ਆਪਰੇਸ਼ਨ ਨਹੀਂ ਕੀਤਾ ਜਾਂਦਾ, ਨਾ ਹੀ ਕੋਈ ਚੀਰਾ ਜਾਂ ਕੱਟ ਦਿੱਤਾ ਜਾਂਦਾ ਹੈ। ਸੋ ਸਾਡੇ ਕੋਲ ਕਈ ਮਸ਼ੀਨਸ ਨੇ, ਕਈ ਟੈਕਨੀਕਸ ਹੁੰਦੀਆਂ ਹਨ ਜਿਹਨਾਂ ਦੇ ਨਾਲ ਕਿ ਇਲਾਜ ਕੀਤਾ ਜਾਂਦਾ ਹੈ ਤੇ ਨਾ ਕਿਸੇ ਨੂੰ ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਪੈਂਦੀ ਹੈ। ਉਸੇ ਦਿਨ ਹੀ ਉਹ ਆਪਣਾ ਇਲਾਜ ਕਰਾ ਕੇ ਤੇ ਘਰ ਚਲਾ ਜਾਂਦਾ ਹੈ। ਸਰ, ਇਹਦਾ ਫਿਰ ਸਕਸੈਸ ਰੇਟ ਕਿੰਨਾ ਹੁੰਦਾ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਕੋਈ ਵਿਅਕਤੀ ਸਕਸੈਸ ਰੇਟ ਦੀ ਗੱਲ ਕਰਦਾ ਹੈ, ਤੁਸੀਂ ਇਹਨੂੰ ਕਿੰਨਾ ਸਕਸੈਸ ਰੇਟ ਦਿੰਦੇ ਹੋ? ਦੇਖੋ, ਸਕਸੈਸ ਰੇਟ ਵਾਸਤੇ ਜਿਹੜਾ ਹੈਗਾ ਇੱਕ ਡਾਕਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸਹੀ ਪੇਸ਼ੈਂਟ ਦੀ ਜਿਹੜੀ ਆ ਉਹ ਚੋਣ ਕਰੇ ਤਾਂ ਕਿ ਜਿਹੜੇ ਮਰੀਜ਼ ਨੂੰ ਫਾਇਦਾ ਹੋ ਸਕਦਾ ਹੈ ਉਹਦੇ ਵਿੱਚ ਹੀ ਕੀਤਾ ਜਾਵੇ। ਜੇਕਰ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਅਸੀਂ PRP ਯੂਜ਼ ਕਰਦੇ ਹਾਂ, ਜਿਹੜਾ ਪੇਸ਼ੈਂਟ ਦੇ ਬਲੱਡ ਤੋਂ ਸੈੱਲ ਬਣਾਏ ਜਾਂਦੇ ਹਨ। ਕਿਵੇਂ ਬਣਾਏ ਜਾਂਦੇ ਥੋੜ੍ਹਾ ਦੱਸੋ ਤਾਂ ਕਿ ਲੋਕ ਸਮਝ ਸਕਣ ਇਸ ਚੀਜ਼ ਨੂੰ। ਸੋ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੇਸ਼ੈਂਟ ਦਾ ਥੋੜ੍ਹਾ ਜਿਹਾ ਬਲੱਡ ਇੱਕ ਸਿਰਿੰਜ ਵਿੱਚ ਲੈ ਕੇ ਅਤੇ ਉਸ ਨੂੰ ਮਸ਼ੀਨ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਉਹ ਡਾਕਟਰ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਉਹਦੇ ਵਿੱਚੋਂ ਜਿਹੜੇ ਗਰੋਥ ਵਾਲੇ ਸੈੱਲ ਹਨ ਜਾਂ ਕਹਿ ਲਓ ਜਿਹੜੇ ਰਿਪੇਅਰ ਵਾਲੇ ਸੈੱਲ ਹਨ ਉਹਨਾਂ ਨੂੰ ਵੱਖਰਾ ਛਾਂਟ ਲਿਆ ਜਾਂਦਾ ਹੈ ਅਤੇ ਉਹਨਾਂ ਦਾ ਇਸਤੇਮਾਲ ਫਿਰ ਮਰੀਜ਼ਾਂ ਦੇ ਜਿਹੜੇ ਜੋੜਾਂ 'ਚ ਦਰਦ ਹੁੰਦੀ ਹੈ, ਜਿਸ ਤਰ੍ਹਾਂ ਕਿ ਮੋਢੇ ਦਾ ਦਰਦ, ਗੋਡੇ ਦਾ ਦਰਦ ਹੋ ਗਿਆ ਜਾਂ ਕੂਹਣੀ ਦਾ ਦਰਦ ਹੋ ਗਿਆ, ਉਹਨਾਂ ਵਿੱਚ ਇੰਜੈਕਸ਼ਨ ਰਸਤੇ ਲਗਾ ਕੇ ਕੀਤਾ ਜਾਂਦਾ ਹੈ। ਉਹਦਾ ਸਰ ਕਿਵੇਂ ਫਿਰ ਤੁਸੀਂ ਕਰਦੇ ਹੋ? ਕਿ ਆਦਮੀ ਦੇ ਸਰੀਰ 'ਚ ਇੰਨੀ ਸਮਰੱਥਾ ਹੁੰਦੀ ਹੈ ਕਿ ਆਪਣੇ ਦਰਦ ਨੂੰ ਖੁਦ ਹੀ ਠੀਕ ਕਰ ਸਕਦੇ? ਜੀ ਬਿਲਕੁਲ, ਪਰਮਾਤਮਾ ਨੇ ਸਾਨੂੰ ਬਹੁਤ ਜ਼ਿਆਦਾ ਗੁਣਾਂ ਦੇ ਨਾਲ ਜਿਹੜਾ ਬਖਸ਼ਿਆ ਹੈ, ਜਿਹਦੇ ਬਾਰੇ ਕਿ ਸਾਨੂੰ ਹੁਣ ਥੋੜ੍ਹਾ ਪਤਾ ਲੱਗਣਾ ਸ਼ੁਰੂ ਹੋਇਆ, ਹਜੇ ਵੀ ਬਹੁਤ ਕੁਝ ਪਤਾ ਲੱਗਣਾ ਬਾਕੀ ਹੈ। ਸੋ ਇਹ ਜਿਹੜੀ ਵਿਧੀ ਹੈ, ਜਿਹੜੀ PRP ਹੈ, ਇਹ ਪਿਛਲੇ 30-35 ਸਾਲ ਤੋਂ USA, ਕੈਨੇਡਾ, ਜਰਮਨੀ ਵਿੱਚ ਯੂਜ਼ ਹੋ ਰਹੀ ਸੀ ਅਤੇ ਪਿਛਲੇ 10 ਤੋਂ ਤਕਰੀਬਨ 15 ਸਾਲ ਦੇ ਹੋਇਆ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਇਹ ਯੂਜ਼ ਵਿੱਚ ਆਈ ਹੈ। ਅਤੇ ਹੁਣ ਤੁਸੀਂ ਸੁਣਿਆ ਹੀ ਹੋਏਗਾ ਕਿ ਹੇਅਰ ਟਰਾਂਸਪਲਾਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਪੜ੍ਹਿਆ ਹੋਏਗਾ ਕਿ PRP ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਹੀ ਗੋਡਿਆਂ ਦੀ ਦਰਦ ਜਾਂ ਹੋਰ ਜੋੜਾਂ ਦੀ ਦਰਦ ਵਿੱਚ ਵੀ PRP ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਫਰਕ ਇਹ ਹੈ ਕਿ ਬਣਾਉਣ ਦਾ ਤਰੀਕਾ ਅਤੇ ਇਸਤੇਮਾਲ ਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੁੰਦਾ। ਅਤੇ ਸਰ, ਇਹਦੇ ਵਿੱਚ ਜਿਹੜਾ ਸਪੈਸ਼ਲਾਈਜੇਸ਼ਨ ਤੁਹਾਡੀ ਹੈਗੀ ਹੈ ਅਤੇ ਇਹਨੂੰ ਕਿੰਨੀ ਦੇਰ ਦਾ ਸਮਾਂ ਲੱਗਦਾ ਹੈ ਤਕਰੀਬਨ? ਇਹਦੇ ਵਿੱਚ ਦੇਖੋ, ਅਸੀਂ ਅਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਹੈ
ਪੇਨ ਮੈਨੇਜਮੈਂਟ ਦੇ ਵਿੱਚ ਟ੍ਰੇਨਡ ਹੈਗੇ। ਜਿਹੜੇ ਪ੍ਰੋਸੀਜਰਸ ਅਸੀਂ ਕਰਦੇ ਹਾਂ ਇਹਦੀ ਪਹਿਲੇ ਟ੍ਰੇਨਿੰਗ ਤੇ ਪ੍ਰੋਪਰ ਜਿਹੜੀ ਹੈ ਇੰਸਟਰੂਮੈਂਟੇਸ਼ਨ ਚਾਹੀਦੀ ਹੈ, ਇਕਵਿਪਮੈਂਟ ਚਾਹੀਦਾ, ਜਿਹੜਾ ਕਿ ਕੇਵਲ ਸਿਰਫ ਪੰਜਾਬ ਦੇ ਵਿੱਚ ਸਾਡੇ ਕੋਲ ਹੈਗਾ। ਇੱਕ ਹੋਰ ਟੈਕਨੀਕ ਦੀ ਮੈਂ ਗੱਲ ਕਰਾਂ ਤਾਂ ਰੇਡੀਓ ਫ੍ਰੀਕੁਐਂਸੀ ਐਬਲੇਸ਼ਨ ਹੈ। ਉਹ ਬਹੁਤ ਲੇਟੈਸਟ ਟੈਕਨੀਕ ਹੈ ਜਿਹੜੇ ਕਿ ਉਹਨਾਂ ਮਰੀਜ਼ਾਂ ਵਿੱਚ ਅਸੀਂ ਵਰਤਦੇ ਹਾਂ ਜਿਨ੍ਹਾਂ ਦੇ ਜੋੜ ਬਹੁਤ ਜ਼ਿਆਦਾ ਖਰਾਬ ਹਨ ਅਤੇ ਕਿਸੇ ਵੀ ਕੰਮ ਕਰਕੇ ਉਹ ਆਪਰੇਸ਼ਨ ਨਹੀਂ ਕਰਾ ਸਕਦੇ। ਸੋ ਉਹਨਾਂ ਮਰੀਜ਼ਾਂ ਵਾਸਤੇ PRP ਦੀ ਜਗ੍ਹਾ ਜਿਹੜਾ ਹੈਗਾ ਅਸੀਂ ਰੇਡੀਓ ਫ੍ਰੀਕੁਐਂਸੀ ਦਾ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ ਨੂੰ ਜਿਹੜੀ ਦਰਦ ਤੋਂ ਨਿਜਾਤ ਦਵਾਉਂਦੇ। ਤਾਂ ਦਰਦ ਤੋਂ ਨਿਜਾਤ ਕਿੰਨੀ ਦੇਰ 'ਚ ਮਿਲ ਜਾਂਦੀ ਹੈ? ਜਦੋਂ ਤੁਹਾਡਾ PRP ਦਾ ਆਪਰੇਸ਼ਨ ਸ਼ੁਰੂ ਹੁੰਦਾ ਤਾਂ ਕਿੰਨੀ ਦੇਰ ਬਾਅਦ ਉਹ ਬਿਲਕੁਲ ਜਿਹੜਾ ਠੀਕ ਹੋ ਸਕਦਾ? ਇਹਦਾ ਜਿਹੜਾ ਇਫੈਕਟ ਆਉਣ ਦੀ ਗੱਲ ਕਰੀਏ ਤਾਂ ਮੇਬੀ 3 ਤੋਂ 4 ਦਿਨਾਂ ਦੇ ਵਿੱਚ ਮਰੀਜ਼ ਨੂੰ ਇਹਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਕਾਫੀ ਲੰਬੇ ਸਮੇਂ ਤੱਕ ਇਹਦਾ ਅਸਰ ਰਹਿੰਦਾ ਹੈ। ਕਈ ਮਰੀਜ਼ ਸਾਡੇ ਕੋਲ ਆਉਂਦੇ ਹਨ ਕਿ ਉਹਨਾਂ ਦੇ 1.5 2 ਸਾਲ ਬਹੁਤ ਸੌਖੇ ਲੰਘ ਗਏ ਹੁੰਦੇ ਹਨ ਅਤੇ ਉਹ ਦੁਬਾਰਾ ਹੁਣ ਆ ਕੇ ਦੁਬਾਰਾ ਕਹਿੰਦੇ ਹਨ ਕਿ ਸਾਡਾ 1.5 2 ਸਾਲ ਦਾ ਸਮਾਂ ਬਹੁਤ ਵਧੀਆ ਬੀਤਿਆ, ਸਾਨੂੰ ਦਰਦ ਤੋਂ ਨਿਜਾਤ ਮਿਲੀ ਰਹੀ ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਰਿਸ਼ਤੇਦਾਰ ਦਾ ਵੀ ਇਹਨਾਂ ਦਾ ਵੀ ਇਹੀ ਸੇਮ ਟ੍ਰੀਟਮੈਂਟ ਕਰ ਦਿਓ ਤਾਂ ਕਿ ਇਹ ਵੀ ਜਿਹੜਾ ਹੈ ਆਪਣੇ ਦਰਦ ਤੋਂ ਛੁਟਕਾਰਾ ਪਾ ਸਕੇ। ਕੁਝ ਲੋਕ ਇਸ ਤਰ੍ਹਾਂ ਦੇ ਇੰਜੈਕਸ਼ਨ ਦਿੰਦੇ ਨੇ, ਇੰਜੈਕਸ਼ਨ ਲਾ ਕੇ ਕਹਿੰਦੇ ਨੇ ਜੀ ਉਹਦੇ ਨਾਲ ਠੀਕ ਹੋ ਜਾਏਗਾ, ਉਹ ਕਿੰਨਾ ਸਕਸੈਸਫੁਲ ਹੈ? ਦੇਖੋ ਜੀ, ਇਹ ਮੈਂ ਗੱਲ ਕਰਾਂ ਤਾਂ ਜੋ ਟੈਕਨੋਲੋਜੀ ਅਸੀਂ ਯੂਜ਼ ਕਰ ਰਹੇ ਹਾਂ ਸਾਇੰਟੀਫਿਕਲੀ ਪ੍ਰੂਵਨ ਹੈ। ਇਸੇ ਕਰਕੇ ਹੀ ਇਹਦੇ ਜਿਹੜੇ ਰਿਜ਼ਲਟਸ ਹਨ ਉਹ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲ 'ਚ ਪਬਲਿਸ਼ ਕਰ ਸਕੇ ਹਾਂ ਅਤੇ ਇੰਟਰਨੈਸ਼ਨਲੀ ਵੀ ਗੱਲ ਕਰੀਏ ਹੋਰ ਦੇਸ਼ਾਂ ਵਿੱਚ ਵੀ ਪਿਛਲੇ 30-35 ਸਾਲ ਤੋਂ ਇਹਦੇ 'ਤੇ ਰਿਸਰਚ ਚੱਲ ਰਹੀ ਹੈ। ਸੋ ਇਹ ਚੀਜ਼ ਆਲਰੇਡੀ ਸਕਸੈਸਫੁਲੀ ਪ੍ਰੂਵਨ ਹਨ। ਇਸੇ ਕਰਕੇ ਅਸੀਂ ਜਿਹੜਾ ਇਹ ਸਾਡੇ ਜਿਹੜੀ ਤੁਸੀਂ ਕਹਿ ਲਓ ਕਿ ਇਹਦੇ ਕਰਿਕੂਲਮ 'ਚ ਅਸੀਂ ਇਹਨੂੰ ਲਿਆਂਦਾ ਹੈ। ਤਾਂ ਵਿਦੇਸ਼ਾਂ 'ਚ ਜਾਣ ਦੀ ਹੁਣ ਲੋੜ ਨਹੀਂ ਹੈ ਕਿ ਇੱਥੇ ਹੀ ਇਲਾਜ ਹੋ ਜਾਏਗਾ ਸਰ? ਅਸੀਂ ਜੇ ਇਲਾਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਬਿਹਤਰੀਨ ਇਨਫਰਾਸਟਰਕਚਰ ਅਤੇ ਡਾਕਟਰ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ ਸਾਡੀ ਜਿਹੜੀ ਮੈਡੀਕਲ ਹੈਲਥ ਕੇਅਰ ਫੈਸਿਲਿਟੀਜ਼ ਪੰਜਾਬ ਦੇ ਵਿੱਚ ਨੇ ਕਿਸੇ ਵਿਦੇਸ਼ ਨਾਲੋਂ ਘੱਟ ਹੋਣਗੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਇਲਾਜ ਵਾਸਤੇ ਬਾਹਰ ਜਾਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਕਿਸੇ ਤਰ੍ਹਾਂ ਦਾ ਕੋਈ ਪਰਹੇਜ਼ ਵੀ ਰੱਖਣਾ ਹੁੰਦਾ ਇਹਦੇ ਵਿੱਚ, ਕਿਸੇ ਤਰ੍ਹਾਂ ਦਾ ਜਾਂ ਕੋਈ ਸਪੈਸ਼ਲ ਫੀਚਰ ਹੁੰਦਾ ਇਹਦੇ ਵਾਸਤੇ? ਪਰਹੇਜ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਹੈ ਕਿ ਮਰੀਜ਼ ਆਪਣਾ ਜਿਹੜਾ ਵਜ਼ਨ ਨਾ ਵਧਣ ਦੇਵੇ, ਉਹਨੂੰ ਕੰਟਰੋਲ ਵਿੱਚ ਰੱਖੇ, ਇੱਕ ਹੈਲਦੀ ਅਤੇ ਐਕਟਿਵ ਲਾਈਫ ਸਟਾਈਲ ਰੱਖੇ। ਕੁਛ ਐਕਸਰਸਾਈਜ਼ਸ ਪ੍ਰੋਟੋਕੋਲ ਬਣਾ ਕੇ ਦਿੱਤੀਆਂ ਜਾਂਦੀਆਂ ਹਨ, ਉਹ ਮਰੀਜ਼ ਨੂੰ ਆਪਣੇ ਘਰ 'ਤੇ ਖੁਦ ਹੀ ਕਰਨੀਆਂ ਪੈਂਦੀਆਂ ਹਨ, ਕਿਸੇ ਦੀ ਲੋੜ ਨਹੀਂ ਉਹਦੇ ਵਾਸਤੇ ਲੈਣੀ ਪੈਂਦੀ। ਅਤੇ ਕੁਛ ਡਾਈਟ ਦਾ ਖਿਆਲ ਰੱਖਣਾ ਪੈਂਦਾ ਹੈ। ਇਹ ਬੇਸਿਕਲੀ ਕਹਿਣ ਦਾ ਭਾਵ ਇਹ ਹੈ ਕਿ ਅਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਉਹਨੂੰ ਐਕਸਟਰਾ ਕਰਨੀ ਪਵੇ। ਇਹ ਸਿਹਤਯਾਬੀ ਵਾਸਤੇ ਜਿਹੜੀਆਂ ਚੀਜ਼ਾਂ ਹਨ ਉਹ ਅਪਣਾਉਣ ਦੀ ਲੋੜ ਹੁੰਦੀ। ਮਤਲਬ ਇਨਸਾਨ ਖੁਦ ਹੀ ਆਪਣਾ ਡਾਕਟਰ ਬਣ ਸਕਦਾ ਆਪਣਾ ਖਿਆਲ ਰੱਖਣ ਦੇ ਵਿੱਚ। ਜੇ ਆਪਾਂ ਕਹੀਏ ਕਿ ਡਾਕਟਰ ਹੀ ਹੈ ਤਾਂ ਡੈਫੀਨੇਟਲੀ ਬਣ ਸਕਦਾ ਹੈ। ਡਾਕਟਰ ਸਾਹਿਬ, ਕੀ ਇਹ ਲੇਡੀਜ਼ ਵੀ ਕਰਾ ਸਕਦੀ, ਜੈਂਟਸ ਸਭ ਵਾਸਤੇ ਹੈ ਕਿ ਪਰਟੀਕੁਲਰ ਕੋਈ ਏਜ ਲਿਮਿਟ ਹੈ ਜੀ ਜਾਂ ਕੋਈ ਕ੍ਰਾਈਟੇਰੀਆ ਹੈ ਕਿ ਇੱਥੋਂ ਤੱਕ ਦੇ ਲੋਕ ਕਰਾ ਸਕਦੇ ਨੇ? ਨਹੀਂ, ਏਜ ਕੋਈ ਕ੍ਰਾਈਟੇਰੀਆ ਨਹੀਂ ਹੈ। ਬਿਮਾਰੀ ਕਿਸ ਹੱਦ ਤੱਕ ਵਧੀ ਹੋਈ ਹੈ ਉਸ ਦੀ ਬੇਸਿਸ 'ਤੇ ਜਿਹੜਾ ਹੈਗਾ ਪੇਸ਼ੈਂਟ ਦੀ ਚੋਣ ਕੀਤੀ ਜਾਂਦੀ ਹੈ ਕਿ ਉਹਨੂੰ ਕਿਹੜੀ ਚੀਜ਼ ਜ਼ਿਆਦਾ ਬੈਨੀਫਿਟ ਕਰੇਗੀ। ਉਹਨੂੰ ਜੇ ਮੈਂ ਗੱਲ ਕਰਾਂ PRP ਜ਼ਿਆਦਾ ਬੈਨੀਫਿਟ ਉਹਨਾਂ ਨੂੰ ਕਰਦਾ ਹੈ ਜਿਨ੍ਹਾਂ ਨੂੰ ਕੋਈ ਸਪੋਰਟਸ ਇੰਜਰੀ ਹੋ ਜਾਵੇ ਜਾਂ ਜਿਨ੍ਹਾਂ ਦੀ ਉਮਰ ਘੱਟ ਹੋਵੇ ਜਾਂ ਉਹਨਾਂ ਦੇ ਗੋਡੇ ਬਹੁਤ ਜ਼ਿਆਦਾ ਖਰਾਬ ਨਾ ਹੋਣ, ਦਰਮਿਆਨੇ ਖਰਾਬ ਹੋਣ। ਅਤੇ ਜਿਵੇਂ ਕਿ ਰੇਡੀਓ ਫ੍ਰੀਕੁਐਂਸੀ ਦੀ ਮੈਂ ਗੱਲ ਕਰਾਂ, ਇਹ ਉਹਨਾਂ ਮਰੀਜ਼ਾਂ ਵਾਸਤੇ ਹੈ ਜਿਹੜੇ ਜ਼ਿਆਦਾ ਬਿਰਧ ਹਨ ਅਤੇ ਜਿਨ੍ਹਾਂ ਦੇ ਗੋਡੇ ਬਹੁਤ ਜ਼ਿਆਦਾ ਖਰਾਬ ਹੋ ਗਏ ਹਨ ਜਾਂ ਵਿੰਗਾਪਨ ਆ ਗਿਆ ਹੈ ਜਿਸ ਕਾਰਨ ਬਹੁਤ ਜ਼ਿਆਦਾ ਜਿਹੜੀ ਉਹਨਾਂ ਨੂੰ ਦਰਦ ਸਹਿਣੀ ਪੈਂਦੀ। ਕਈ ਲੰਗੜਾ ਕੇ ਵੀ ਚੱਲਦੇ ਆ, ਉਹ ਵੀ ਕੀ ਇਸੇ ਪਾਰਟ 'ਚ ਠੀਕ ਹੋ ਸਕਦਾ? ਅਸੀਂ ਉਹਨਾਂ ਦੀ ਦਰਦ ਨੂੰ ਘਟਾ ਸਕਦੇ ਹਾਂ, ਲੇਕਿਨ ਜਿਹੜਾ ਵਿੰਗਾਪਨ ਹੈ ਉਹ ਤਾਂ ਉਹਦੇ ਵਾਸਤੇ ਤੁਹਾਨੂੰ ਸਰਜਰੀ ਦੀ ਹੀ ਲੋੜ ਪਏਗੀ। ਜੀ, ਤਾਂ ਡਾਕਟਰ ਸਾਹਿਬ ਜਿਹੜਾ ਹੈ ਕਿ ਅਗਰ ਇਸ ਨੂੰ ਕੰਟੈਕਟ ਕਰਨਾ ਹੋਵੇ ਤਾਂ ਕਿੱਥੇ ਕੰਟੈਕਟ ਕੀਤਾ ਜਾਵੇ? ਸਾਡੀ ਪੇਨ ਕਲੀਨਿਕ ਅਮਨਦੀਪ ਹਸਪੀਟਲ ਮੇਨ ਬ੍ਰਾਂਚ 'ਤੇ ਐਕਟਿਵ ਹੈ ਜੀ, ਅਤੇ ਅਸੀਂ ਰੈਗੂਲਰਲੀ ਹਰ ਮਹੀਨੇ ਜੰਮੂ ਵੀ ਪੇਸ਼ੈਂਟਸ ਦਾ ਉਪਚਾਰ ਕਰਦੇ ਹਾਂ ਹਰ ਦੂਸਰੇ ਬੁੱਧਵਾਰ। ਇਸ ਤੋਂ ਇਲਾਵਾ ਤਰਨਤਾਰਨ ਦੇ ਵਿੱਚ ਵੀ ਅਮਨਦੀਪ ਕਮਲ ਹਸਪੀਟਲ ਦੇ ਵਿੱਚ ਰੈਗੂਲਰਲੀ ਸਰਵਿਸਿਜ਼ ਪੇਨ ਕਲੀਨਿਕਸ ਦੀਆਂ ਦੇ ਰਹੇ ਹੈਗੇ। ਡਾਕਟਰ ਸਾਹਿਬ 500 ਕੀਤੇ ਤਾਂ ਕਦੀ ਲੱਗਾ ਨਹੀਂ ਕਿ ਸ਼ਾਇਦ ਇਹ ਆਪਰੇਸ਼ਨ ਨਹੀਂ ਹੋ ਸਕਦਾ, ਉਹਨੂੰ ਐਜ਼ ਏ ਚੈਲੰਜ ਲਿੱਤਾ ਹੋਵੇ, ਕੋਈ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ ਜਿਹੜਾ ਬਹੁਤ ਟਫ ਸੀ ਜਿਹਨੂੰ ਤੁਸੀਂ ਠੀਕ ਕੀਤਾ? ਦੇਖੋ, ਹਰ ਇੱਕ ਮਰੀਜ਼ ਦੀ ਮੈਂ ਗੱਲ ਕਰਾਂ ਤਾਂ ਹਰ ਮਰੀਜ਼ ਆਪਣੇ ਆਪ ਵਿੱਚ ਚੈਲੰਜਿੰਗ ਅਤੇ ਸਪੈਸ਼ਲ ਹੁੰਦਾ, ਇੱਕ ਬਰਾਬਰ ਹੁੰਦਾ ਡਾਕਟਰ ਵਾਸਤੇ। ਸੋ ਐਸੀ ਗੱਲ ਤਾਂ ਨਹੀਂ ਕੀਤੀ ਜਾ ਸਕਦੀ, ਬਟ ਬਹੁਤ ਅੱਛਾ ਲੱਗਦਾ ਜਦੋਂ ਪੇਸ਼ੈਂਟਸ ਆ ਕੇ ਬੋਲਦੇ ਹਨ ਕਿ ਅਸੀਂ ਬਹੁਤ ਜ਼ਿਆਦਾ ਅੱਗੇ ਤੋਂ ਸੁਖੀ ਹੋ ਗਏ ਹਾਂ ਅਤੇ ਸਾਨੂੰ ਆਪਰੇਸ਼ਨ ਦੀ ਹੁਣ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਅਤੇ ਸਾਡਾ ਸਮਾਂ ਅੱਛਾ ਬੀਤ ਰਿਹਾ। ਡਾਕਟਰ ਸਾਹਿਬ, ਹੁਣ ਜਿਹੜਾ ਹੈਗਾ ਕਿ ਇਹਦਾ ਖਰਚ ਕਿੰਨਾ, ਕਿਉਂਕਿ ਲੋਕ ਹਮੇਸ਼ਾ ਖਰਚ ਦੀ ਗੱਲ ਕਰਦੇ ਆ ਕਿ ਖਰਚ ਕਿੰਨਾ ਕੁ ਆਏਗਾ, ਉਹ ਵੀ ਤੁਸੀਂ ਦੱਸ ਦਿਓ ਜੀ। ਸੋ ਜੇਕਰ ਇੱਕ ਆਪਰੇਸ਼ਨ ਦੇ ਮੁਕਾਬਲੇ ਦੀ ਗੱਲ ਤੁਲਨਾ ਕਰੀਏ ਤਾਂ ਆਪਰੇਸ਼ਨ ਦੀ ਤੁਲਨਾ ਦੇ ਵਿੱਚ ਇਹ 10 ਜਾਂ 20% ਹੀ ਖਰਚਾ ਆਉਂਦਾ ਹੈ। ਸੋ ਜੇਕਰ ਕੋਈ ਆਪਰੇਸ਼ਨ ਲੱਖਾਂ ਦੇ ਵਿੱਚ ਹੁੰਦਾ ਹੈ ਅਤੇ ਕੁਝ ਹਜ਼ਾਰਾਂ ਦੇ ਵਿੱਚ ਜਿਹੜਾ ਪ੍ਰੋਸੀਜਰ ਹੋ ਜਾਂਦਾ ਹੈ। ਤਾਂ ਗੋਡੇ ਬਿਲਕੁਲ ਠੀਕ ਹੋ ਜਾਂਦੇ?
ਗੋਡੇ ਰਾਹਤ ਮਿਲ ਜਾਂਦੀ ਹੈ ਦਰਦਾਂ ਤੋਂ, ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਕੁਆਲਿਟੀ ਆਫ ਲਾਈਫ ਜਿਹੜੀ ਹੈ ਮਰੀਜ਼ ਦੀ ਉਹ ਬਹੁਤ ਇੰਪਰੂਵ ਕਰ ਜਾਂਦੀ ਹੈ। ਕਿਉਂਕਿ ਅਕਸਰ ਲੋਕ ਅੱਜ ਕੱਲ੍ਹ ਡਿਮਾਂਡ ਕਰਦੇ ਕਿ ਅਸੀਂ ਠੀਕ ਹੋਣਾ ਚਾਹੁੰਦੇ ਹਾਂ, ਬਟ ਉਹ ਕਈ ਵਾਰ ਆਪਰੇਸ਼ਨ ਤੋਂ ਡਰ ਜਾਂਦੇ ਨੇ। ਬਹੁਤ ਸਾਰੇ ਕੋਈ ਸਾਇੰਟੀਫਿਕ ਮੈਸੇਜ, ਕੁਝ ਰਿਲੀਜੀਅਸਲੀ ਜਾਂ ਕੁਝ ਗੱਲਾਂ 'ਚ ਵੀ ਆ ਜਾਂਦੇ ਨੇ। ਕਿ ਉਹਨਾਂ ਤੋਂ ਇਹ ਜਿਹੜਾ ਹੈ ਬਿਲਕੁਲ ਅਲੱਗ ਹੋ ਜਾਏ? ਜੀ ਬਿਲਕੁਲ, ਅਸੀਂ ਇਹ ਸੋਲੂਸ਼ਨ ਇੱਕ ਹੁਣ ਦੇ ਸਕਦੇ ਹਾਂ ਆਪਣੇ ਪੇਸ਼ੈਂਟਸ ਨੂੰ ਜਾਂ ਉਹਨਾਂ ਮਰੀਜ਼ਾਂ ਨੂੰ ਜਿਹੜੇ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਜਾਂ ਨਹੀਂ ਕਰਵਾਉਣ ਲਈ ਸਮਰੱਥ ਹੈਗੇ। ਸੋ ਇਹ ਉਹਨਾਂ ਵਾਸਤੇ ਬਹੁਤ ਲਾਭਕਾਰੀ ਚੀਜ਼ ਸਾਬਤ ਹੋਈ ਹੈ ਤੇ ਅਸੀਂ ਆਪਣੀ ਓਪੀਡੀਜ਼ ਦੇ ਵਿੱਚ ਆਪਣੇ ਮਰੀਜ਼ਾਂ ਦੇ ਨਾਲ ਇਹੀ ਇਹਦਾ ਤੱਤ ਕੱਢਿਆ ਹੈ ਕਿ ਇਹਦੇ ਨਾਲ ਕਾਫੀ ਮਰੀਜ਼ਾਂ ਨੂੰ ਫਾਇਦਾ ਹੋਇਆ। ਥੈਂਕ ਯੂ ਸੋ ਮਚ ਜੀ। ਤਾਂ ਇਹ ਸਨ ਡਾਕਟਰ ਪਰਮ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੈ ਤਾਂ ਤੁਸੀਂ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਹੁਣ ਤੁਸੀਂ ਬਿਨਾਂ ਆਪਰੇਸ਼ਨ ਤੋਂ ਵੀ ਆਪਣੇ ਗੋਡੇ ਠੀਕ ਕਰਾ ਸਕਦੇ ਹੋ। ਔਰ ਨਾਲ ਹੀ ਨਾਲ ਇਹਨਾਂ ਡਾਕਟਰਾਂ ਦੇ ਲਿਖੇ ਹੋਏ ਜਿਹੜੇ ਫੈਕਟਸ ਨੇ ਜਾਂ ਜਿਹੜਾ ਇਹਨਾਂ ਨੇ ਕੈਰੀਕੂਲਮ ਤਿਆਰ ਕੀਤਾ ਹੈ, ਜਿਹੜੀ ਟੈਕਨੀਕ ਤਿਆਰ ਕੀਤੀ, ਉਹਨੂੰ ਵਿਦੇਸ਼ਾਂ 'ਚ ਪੜ੍ਹਾਈ ਜਾਏਗੀ। ਤਾਂ ਵਿਦੇਸ਼ਾਂ 'ਚ ਅਕਸਰ ਅਸੀਂ ਕਹਿੰਦੇ ਹਾਂ ਕਿ ਲੋਕ ਜਾਂਦੇ ਨੇ, ਲੇਕਿਨ ਹੁਣ ਵਿਦੇਸ਼ਾਂ ਜਾਣ ਦੀ ਲੋੜ ਨਹੀਂ, ਬਲਕਿ ਪੰਜਾਬ 'ਚ ਹੀ ਰਹਿ ਕੇ ਤੁਸੀਂ ਆਪਣੇ ਗੋਡੇ ਠੀਕ ਕਰਾ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਖਰਚ ਵੀ ਬਹੁਤ ਘੱਟ ਹੈ। ਅਤੇ ਅਗਰ ਤੁਸੀਂ ਆਪਣੇ ਗੋਡੇ ਠੀਕ ਕਰਾਉਣਾ ਚਾਹੁੰਦੇ ਹੋ ਤਾਂ ਉਹਦਾ ਬਕਾਇਦਾ ਅਸੀਂ ਐਡਰੈਸ ਮੈਂਸ਼ਨ ਕੀਤਾ, ਤੁਸੀਂ ਫ਼ੋਨ ਨੰਬਰ 'ਤੇ ਕਾਲ ਕਰਕੇ ਆਪਣੇ ਗੋਡਿਆਂ ਨੂੰ ਠੀਕ ਕਰਾਉਣ ਵਾਸਤੇ ਇੱਥੇ ਆ ਸਕਦੇ ਹੋ। ਅਤੇ ਮਹਿਜ ਕੁਝ ਪੈਸਿਆਂ ਦੇ ਵਿੱਚ ਹੀ ਤੁਸੀਂ ਇਸ ਦਾ ਟ੍ਰੀਟਮੈਂਟ ਚੰਗਾ ਮਿਲ ਸਕਦਾ ਹੈ। ਕੈਮਰਾਮੈਨ ਲਵਲੀ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।